ਪ੍ਰਾਈਮ ਟਾਈਮ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ। ਅੱਜ ਅਸੀਂ ਗੱਲ ਸਿੱਖ ਧਰਮ ਦੀ ਰਹਿਤ ਮਰਿਆਦਾ ਦੀ ਕਰਾਂਗੇ, ਕਿਉਂਕਿ ਇੱਕ ਵਾਰ ਫਿਰ ਤੋਂ ਕੁਝ ਅਜਿਹੇ ਸਵਾਲ ਆਣ ਖੜੇ ਹੋਏ ਨੇ ਜਿਨ੍ਹਾਂ ਬਾਰੇ ਸਪਸ਼ਟ ਜਵਾਬ ਮਿਲਣੇ ਬੜੇ ਜ਼ਰੂਰੀ ਨੇ। ਦੁਬਈ ਦਾ ਗੁਰਦੁਆਰਾ ਸਾਹਿਬ ਮੁੜ ਤੋਂ ਸਵਾਲਾਂ 'ਚ ਘਿਰ ਗਿਆ। ਇਸ ਵਾਰ ਵਿਵਾਦ ਬਾਣੀ ਨੂੰ ਲੈ ਕੇ ਪੈਦਾ ਹੋਇਆ। ਵਿਵਾਦ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਦਾ ਸਪਸ਼ਟ ਨੋਟਿਸ ਲਿਆ। ਤਾਂ ਤੁਹਾਨੂੰ ਦੱਸ ਦੇं ਕਿ ਪਹਿਲਾਂ ਵਿਵਾਦ ਕਿਸ ਤਰ੍ਹਾਂ ਨਾਲ ਪੈਦਾ ਹੋਇਆ, ਦੁਬਈ ਦੇ ਵਿੱਚ ਕੀ ਕੁਝ ਅਜਿਹੀ ਗੱਲ ਹੋਈ ਜਿਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨੋਟਿਸ ਲੈਣਾ ਪਿਆ। ਸਿੱਖ ਰਹਿਤ ਮਰਿਆਦਾ ਅਨੁਸਾਰ ਪ੍ਰਵਾਨਿਤ ਅਰਦਾਸ ਦੀਆਂ ਤੁਕਾਂ ਨਾਲ ਛੇੜਛਾੜ ਤੋਂ ਬਾਅਦ ਦੁਬਈ ਦਾ ਗੁਰਦੁਆਰਾ ਮੁੜ ਤੋਂ ਸੁਰਖੀਆਂ ਵਿੱਚ ਹੈ। ਇਸ ਵਾਰ ਗੁਰਦੁਆਰੇ ਦੀ ਕਮੇਟੀ ਨੇ ਅੰਮ੍ਰਿਤ ਸੰਚਾਰ ਦੇ ਦੌਰਾਨ 5 ਬਾਣੀਆਂ ਦੀ ਥਾਂ 2 ਬਾਣੀਆਂ ਦਾ ਪਾਠ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜੋ ਪੰਥਕ ਰਵਾਇਤ ਦਾ ਉਲਟ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਮਸਲੇ ਨੂੰ 5 ਸਿੰਘ ਸਹਿਬਾਨਾਂ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ। ਅਸੀਂ ਬਹੁਤ ਜਲਦੀ 5 ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾ ਰਹੇ ਹਾਂ। ਉਸ ਮੀਟਿੰਗ ਦੇ ਵਿੱਚ ਇਸ ਤੇ ਵਿਚਾਰ ਕਰਕੇ ਅਗਲੀ ਜਿਹੜੀ ਕਾਰਵਾਈ ਆ ਉਹ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਉਹ ਸ਼ੁਰੂ ਕੀਤੀ ਜਾਵੇਗੀ। ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਸਿੱਖ ਕੌਮ ਨੂੰ ਦੋਫਾੜ ਕਰਨ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਵੀ ਕਿਹਾ ਤੇ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸਿੱਖ ਪੰਥ ਦੇ ਵਿੱਚ ਬਹੁਤ ਸਾਰੀਆਂ ਦੁਵਿਧਾਵਾਂ ਖੜੀਆਂ ਹੋਈਆਂ ਨੇ। ਕੁਝ ਲੋਕ ਐਸੇ ਨੇ ਜਿਹੜੇ ਜਾਣਬੁੱਝ ਕੇ ਹੀ ਮਰਿਆਦਾ ਨੂੰ ਭੰਗ ਕਰਨਾ ਚਾਹੁੰਦੇ ਨੇ, ਸੰਗਤਾਂ ਦੇ ਵਿੱਚ ਦੁਵਿਧਾ ਪੈਦਾ ਕਰਨੀ ਚਾਹੁੰਦੇ ਨੇ। ਦੁਬਈ ਦੀ ਗੁਰਦੁਆਰਾ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਸਵਾਲਾਂ ਵਿੱਚ ਹੈ ਤੇ ਇੱਕ ਵਾਰ ਫਿਰ ਮੁੜ ਤੋਂ ਇਸ ਨੂੰ ਲੈ ਕੇ ਵਿਵਾਦ ਵਾਲੀ ਸਥਿਤੀ ਬਣ ਸਕਦੀ ਹੈ। ਫਿਲਹਾਲ ਮਸਲੇ 'ਚ ਅੱਗੇ ਕੀ ਹੁੰਦਾ ਹੈ, ਇਹ 5 ਸਿੰਘ ਸਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਸਪਸ਼ਟ ਹੋਵੇਗਾ। ਰਾਜਨ ਗੋਸਾਈ, ਜ਼ੀ ਮੀਡੀਆ, ਅੰਮ੍ਰਿਤਸਰ। ਤਾਂ ਇਹ ਧਾਰਮਿਕ ਮਸਲਾ ਹੈ। ਇਸ ਦੇ ਉੱਪਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ 2 ਸਾਡੇ ਨਾਲ ਖਾਸ ਮਹਿਮਾਨ ਜੁੜਨਗੇ। ਧਾਰਮਿਕ ਮਸਲਾ ਇਸ ਕਰਕੇ ਕੋਈ ਵੀ ਸ਼ਬਦ ਜਿਹੜਾ ਘੱਟ ਵੱਧ ਬੋਲਿਆ ਜਾਂਦਾ, ਮੈਂ ਦਰਸ਼ਕਾਂ ਤੋਂ ਪਹਿਲਾਂ ਹੀ ਖਿਮਾ ਚਾਹਾਂਗਾ ਜੇ ਕੁਝ ਵੀ ਅਜਿਹੀ ਗੱਲ ਬੋਲੀ ਜਾਂਦੀ ਹੈ ਉਸ ਦੇ ਲਈ ਮੈਂ ਪਹਿਲਾਂ ਹੀ ਮਾਫੀ ਚਾਹਾਂਗਾ। ਤੇ ਸਾਡੇ ਨਾਲ 2 ਖਾਸ ਮਹਿਮਾਨ ਜੁੜਨਗੇ। ਸਾਡੇ ਨਾਲ ਨੇ ਭਜਨ ਸਿੰਘ ਸ਼ੇਰਗਿੱਲ ਜੀ, ਐਗਜ਼ੈਕਟਿਵ ਮੈਂਬਰ ਨੇ SGPC ਦੇ, ਤੇ ਨਾਲ ਹੀ ਸਾਡੇ ਨਾਲ ਸਿੱਖ ਬੁੱਧੀਜੀਵੀ ਅਸ਼ੋਕ ਸਿੰਘ ਬਾਗੜੀਆ ਜੀ ਜੁੜ ਰਹੇ ਨੇ। ਦੋਨੇ ਮਹਿਮਾਨਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਤੁਹਾਡੇ ਰਾਹੀਂ ਅਸੀਂ ਸਮਝਣਾ ਚਾਹਾਂਗੇ ਕਿ ਸਿੱਖ ਰਹਿਤ ਮਰਿਆਦਾ ਜਿਹੜੀ ਅੰਮ੍ਰਿਤ ਪਾਨ ਦੀ ਉਹ ਕਿਸ ਤਰ੍ਹਾਂ ਅਸਲ ਦੇ ਵਿੱਚ ਹੈ ਤੇ ਕੀ ਉੱਥੇ ਗਲਤੀ ਕੀਤੀ ਗਈ ਦੁਬਈ ਦੇ ਵਿੱਚ ਤੇ ਕੀ ਹੋਣਾ ਚਾਹੀਦਾ ਹੈ ਜੇ ਇਸ ਨੂੰ ਠੀਕ ਕਰਨਾ ਹੈ। ਅਸੀਂ ਸਭ ਤੋਂ ਪਹਿਲਾਂ ਅਸ਼ੋਕ ਸਿੰਘ ਬਾਗੜੀਆ ਜੀ ਤੁਹਾਡੇ ਰਾਹੀਂ ਸਮਝਣਾ ਚਾਹਾਂਗੇ, ਸਾਰੇ ਦਰਸ਼ਕਾਂ ਨੂੰ ਤੁਹਾਡੇ ਰਾਹੀਂ ਦੱਸਣਾ ਚਾਹਾਂਗੇ ਸਿੱਖ ਰਹਿਤ ਮਰਿਆਦਾ ਜਿਹੜੀ ਅੰਮ੍ਰਿਤ ਛਕਾਉਣ ਦੀ ਹੈ ਉਹ ਕੀ ਹੈ ਤੇ ਇੱਥੇ ਕੀ ਗਲਤੀ ਕੀਤੀ ਗਈ ਹੈ ਦੁਬਈ ਦੇ ਵਿੱਚ। ਸਿੱਖ ਰਹਿਤ ਮਰਿਆਦਾ ਜਿਹੜੀ ਇਸ ਵੇਲੇ ਲਾਗੂ ਹੈ ਜੀ, ਉਸ ਨੂੰ ਬਣਾਉਣ ਵਾਸਤੇ 13 ਸਾਲ ਲੱਗੇ। 1932 ਵਿੱਚ ਇਹ ਸ਼ੁਰੂ ਹੋਈ ਇਸ ਦੀ ਜੋ ਹੈ ਐਕਸਰਸਾਈਜ਼, ਔਰ ਉਸ ਵਕਤ ਇਹਦੇ ਵਿੱਚ ਜਿਹੜੇ ਪਹਿਲੇ ਬੰਦੇ ਸੀ ਉਹ 24 ਮੈਂਬਰ ਸਨ ਜੀ। ਉਸ ਵਕਤ ਦੇ ਮੰਨੇ ਪਰਵਨੇ, ਜਿਨ੍ਹਾਂ ਵਿੱਚੋਂ ਭਾਈ ਕਾਨ ਸਿੰਘ, ਭਾਈ ਵੀਰ ਸਿੰਘ ਤੇ ਆਪਣੇ ਜਥੇਦਾਰ ਤੇਜਾ ਸਿੰਘ, ਜਿਨ੍ਹਾਂ ਨਾਲ ਭਾਈ ਸਾਹਿਬ ਰਣਜੀਤ ਸਿੰਘ ਲੁਧਿਆਣੇ ਵਾਲੇ, ਬਾਕੀ ਹੋਰ ਵੀ ਸਾਰੇ ਸਨ। ਉਹਨਾਂ ਨੇ ਹਰ ਇੱਕ ਜਗ੍ਹਾ ਤੋਂ ਰਾਇਆਂ ਲੈ ਕੇ ਫਿਰ ਇਸ ਨੂੰ ਖਰੜਾ ਤਿਆਰ ਕੀਤਾ। ਖਰੜਾ ਤਿਆਰ ਕਰਕੇ ਫਿਰ ਉਹਨਾਂ ਨੂੰ ਭੇਜਿਆ। ਜਿਨ੍ਹਾਂ ਦੀਆਂ ਰਾਇਆਂ ਆਈਆਂ ਉਹਨਾਂ ਕੋਲੋਂ ਫਿਰ ਦੁਬਾਰਾ ਰਾਏ ਲੈ ਕੇ ਇਹਨਾਂ ਦੇ ਸਾਰਾ ਕੁਝ ਜੋ ਹੈ ਇਸ ਦਾ ਫਾਈਨਲ ਰੂਪ ਜਿਹੜਾ ਹੈ ਉਹ 46 ਵਿੱਚ ਲਾਗੂ ਹੋਇਆ। ਹੁਣ ਉਸ ਦੇ ਮੁਤਾਬਕ ਜਿਹੜੇ ਜਿਸ ਤਰ੍ਹਾਂ ਹੁਣ ਅੱਜ ਦੇ ਮਸਲੇ ਦੀ ਗੱਲ ਕਰਾਂ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਅੰਮ੍ਰਿਤ ਦਾ ਸ਼ੁਰੂ ਕਰਨਾ ਹੈ ਉਹ ਦਸ਼ਮੇਸ਼ ਪਿਤਾ ਨਾਲ ਸ਼ੁਰੂ ਕੀਤਾ ਹੈ ਜੀ। ਤੇ ਦਸ਼ਮੇਸ਼ ਪਿਤਾ ਦੀਆਂ ਬਾਣੀਆਂ ਇਹਦੇ ਵਿੱਚ 5 ਵਿੱਚ 3 ਗੁਰੂ ਉਹਨਾਂ ਦੀਆਂ ਨੇ। ਇਹ ਜਿਹੜੀ ਚਾਲ ਹੈ ਇਹ ਸਿਰਫ ਮਰਿਆਦਾ ਤੱਕ ਸੀਮਤ ਨਹੀਂ ਹੈ ਜੀ। ਇਹ ਉਹਨਾਂ ਦੀ ਚਾਲ ਹੈ ਜਿਹੜੇ 9 ਗੁਰੂ ਸਾਹਿਬਾਨ ਨੂੰ ਅੱਡ ਤੇ 10ਵਿਆਂ ਨੂੰ ਅੱਡ ਗਿਣਦੇ ਨੇ। ਤੇ ਇਹ ਇੱਕ ਬਹੁਤ ਡੂੰਘੀ ਚਾਲ ਹੈ, ਅੱਜ ਦੀ ਨਹੀਂ ਬਹੁਤ ਦੇਰ ਤੋਂ ਚੱਲ ਰਹੀ ਹੈ ਕਿ ਅਸੀਂ ਫਲਾਣੇ ਗੁਰੂ ਦੇ ਸਿੱਖ ਹਾਂ, ਅਸੀਂ ਫਲਾਣੇ ਗੁਰੂ ਦੇ ਸਿੱਖ ਹਾਂ। ਇਹ ਅਸੀਂ ਸਾਡੇ ਜਿਹੜੇ ਹਨ ਪ੍ਰਚਾਰਕ ਉਹ ਵੀ ਇਸ ਪਾਸੇ ਧਿਆਨ ਨਹੀਂ ਦਿੰਦੇ।
ਅਸੀਂ ਸਿੱਖ ਹਾਂ ਗੁਰੂ ਨਾਨਕ ਦੇ। ਜੀ ਸਿੱਖ ਉਹੀ ਹੈ ਜਿਹੜਾ 10 ਗੁਰੂ ਸਾਹਿਬਾਂ ਦੇ ਵਿੱਚ ਅਕੀਦਾ ਰੱਖਦਾ ਹੋਵੇ, ਗੁਰੂ ਗ੍ਰੰਥ ਸਾਹਿਬ ਅਕੀਦਾ ਰੱਖਦਾ ਹੋਵੇ ਜੀ ਔਰ ਅੰਮ੍ਰਿਤ ਦੇ ਵਿੱਚ ਅਕੀਦਾ ਰੱਖਦਾ ਹੋਵੇ ਤੇ ਹੋਰ ਕਿਸੇ ਧਰਮ ਨੂੰ ਉਹ ਸਵੀਕਾਰ ਜਿਹਨੂੰ ਕਹਿੰਦੇ ਨਾ ਕਰਦਾ ਹੋਵੇ, ਉਹ ਸਿੱਖ ਗਿਣਿਆ ਜਾਂਦਾ ਹੈ। ਉਸ ਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਜਿਹੜੀਆਂ ਬਾਣੀਆਂ ਨੇ ਇਹ 5 ਬਾਣੀਆਂ ਨੇ, ਇਸ ਤੋਂ ਇਲਾਵਾ ਹੋਰ ਕੋਈ ਨਾ, ਇਹਦੇ ਚ ਬਾਤ ਕਾਟ ਕੋਈ ਨਹੀਂ ਹੋ ਸਕਦੀ। ਬਾਕੀ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਇਹ ਹੁਣ ਪਤਾ ਨਹੀਂ, ਉਹ ਜਾਣ, ਉਹਨਾਂ ਦਾ ਰੱਬ ਜਾਣੇ, ਉਹਨਾਂ ਦੀ ਆਤਮਾ ਜਾਣੇ ਵੀ ਕਿਸ ਮਨੋਰਥ ਨਾਲ ਇਹ ਉਹਨਾਂ ਨੇ ਛੇੜਖਾਨੀ ਕੀਤੀ ਹੈ। ਤੇ ਸਾਨੂੰ ਵੀ ਇਹਦੇ ਵਿੱਚ ਜਿਹੜੇ ਇਸ ਕਿਸਮ ਦੇ ਕਰਦੇ ਨੇ ਉਹਨਾਂ ਨੂੰ ਬਹੁਤਾ ਨਹੀਂ ਉਤਸ਼ਾਹਤ ਕਰਨਾ ਚਾਹੀਦਾ। ਉਹਨਾਂ ਦਾ ਨਾਂ ਲੈ ਕੇ ਜੀ ਫਲਾਣੇ ਨੇ ਕੀਤਾ, ਫਲਾਣੇ ਨੇ ਕੀਤਾ। ਅਸੀਂ ਆਪਣਾ ਜਿਹੜਾ ਹੈ ਉਸ ਨੂੰ ਸਹੀ ਰੱਖੀਏ। ਹਰ ਥਾਂ ਤੇ ਮਿਲਦੀ ਹੈ ਰਹਿਤ ਮਰਿਆਦਾ ਛਪੀ ਹੋਈ, ਔਰ ਇਹਨੂੰ ਫੋਲੋ ਕਰੋ, ਇਹਦੇ ਵਿੱਚ ਕਰੋ। ਹੁਣ ਮੁਸੀਬਤ ਇਹ ਹੋ ਗਈ ਕਿ ਜਿਹੜੇ ਆਹ ਹੰਨੇ ਬਣ ਗਏ ਤੁਹਾਡੇ ਜਥੇ ਦਾ ਡੇਰੇ, ਉਹ ਹਰ ਇੱਕ ਡੇਰੇ ਦੀ ਆਪੋ ਆਪਣੀ ਮਰਿਆਦਾ ਲਾਗੂ ਕਰਨ ਲੱਗ ਗਏ ਨੇ। ਕਿਸੇ ਦੇ ਖੱਬੇ ਬੈਠੋ, ਕਿਸੇ ਦੇ ਸੱਜੇ ਬੈਠੋ। ਹੁਣ ਇੱਥੋਂ ਤੱਕ ਮੇਰਾ ਨਹੀਂ ਖਿਆਲ ਕੋਈ ਵੀ ਅੱਜ ਕੱਲ੍ਹ ਜਿਹੜੇ ਪ੍ਰਚਾਰ ਕਰਦੇ ਨੇ ਉਹ ਕਰਦੇ ਹੋਣ ਕਿ ਜਿਹੜਾ ਅੰਮ੍ਰਿਤ ਛਕਾਉਣ ਤੋਂ ਬਾਅਦ ਬਾਟੇ ਦੇ ਵਿੱਚ ਬਚ ਜਾਏ ਜੀ, ਉਹ ਜਿੰਨੇ ਅੰਮ੍ਰਿਤ ਅਭਿਲਾਸ਼ੀ ਉਸ ਦਿਨ ਹੁੰਦੇ ਨੇ ਉਸ ਨੂੰ ਰਲ ਕੇ ਪੀਂਦੇ ਨੇ। ਵਾਰੀ ਪਿਆ ਜਾਂਦਾ ਸਭ ਨੂੰ, ਪਹਿਲਾਂ ਇੱਕ ਤਰਫ ਫਿਰ ਦੂਜੇ ਤਰਫ, ਤਾਂ ਕਿ ਇਹਦੀ ਜਿਹੜੀ ਛੂਤ ਛਾਤ ਦੀ ਹੈ ਉਹ ਸਾਰੀ ਖਤਮ ਹੋ ਜਾਏ। ਮੈਨੂੰ ਨਹੀਂ ਪਤਾ ਅੱਜ ਕੱਲ੍ਹ ਕਿੰਨੇ ਕੁ ਇਸ ਨੂੰ ਕਰਦੇ ਨੇ, ਕਿੰਨੇ ਕੁ ਨਹੀਂ ਕਰਦੇ। ਦੂਸਰਾ ਜਿਹੜਾ ਇਹਦੇ ਮਰਿਆਦਾ ਦੇ ਵਿੱਚ ਫਰਕ ਪਾਉਂਦੇ ਨੇ, ਜਿਹੜੀਆਂ 4 ਕੁਰੈਤਾਂ ਨੇ ਉਹਦੇ ਵਿੱਚ ਕੁੱਠੇ ਦੀ ਇੱਕ ਸ਼ਰਤ, 4 ਨੇ ਉਹਦੇ ਕੇਸਾਂ ਦੀ ਬੇਅਦਬੀ ਤੇ ਤੁਹਾਡਾ ਆਪਣਾ ਕੁੱਠਾ ਖਾਣਾ ਔਰ ਪਰ ਇਸਤਰੀ ਜਾਂ ਆਦਮੀ ਦਾ ਗਮਨ ਔਰ ਦਾੜੀ ਆਪਣੇ ਤਬਾਖੁਰ ਦਾ। ਹੁਣ ਉਹਦੇ ਵਿੱਚ ਜਿੰਨੇ ਅੱਜ ਕੱਲ੍ਹ ਕਰ ਰਹੇ ਨੇ ਸਾਰੇ ਇਹਦੇ ਵਿੱਚੋਂ ਜਿਹੜਾ ਮਾਸ ਖਾਣ ਵਾਲਾ ਉਸ ਨੂੰ ਕੱਟ ਕੇ ਸਾਰਿਆਂ ਨੂੰ ਕਾਸਾਹਾਰੀ ਬਣਾਈ ਜਾ ਰਹੇ ਨੇ। ਇਹ ਜਿਹੜਾ ਹੈ ਇਹਦੇ ਵਿੱਚ ਕੋਈ ਉਹ ਨਹੀਂ ਹੈ, ਖਾਓ ਨਾ ਖਾਓ ਉਹ ਹੋਰ ਚੀਜ਼ ਹੈ, ਲੇਕਿਨ ਮਰਿਆਦਾ ਦੇ ਔਰ ਜਿਹਨੂੰ ਕਹਿੰਦੇ ਰਹਿਤ ਦੇ ਅਧੀਨ ਉਹਨਾਂ ਨੂੰ ਇਹ ਕਹਿਣਾ ਵੀ ਇਹ ਨਹੀਂ ਖਾਣਾ। ਤੁਸੀਂ ਅੱਜ ਕਿਸੇ ਨੂੰ ਪੁੱਛ ਲਓ, ਕਿਸੇ ਨੌਜਵਾਨ ਨੂੰ ਕਹਿੰਦਾ ਜੀ ਮੈਂ ਫਲਾਣੇ ਸਾਹਿਬ ਤੋਂ ਅੰਮ੍ਰਿਤ ਛਕਿਆ, ਨਾਮ ਲਿਆ, ਹੁਣ ਮੈਂ ਮਾਸ ਆਂਡਾ ਨਹੀਂ ਖਾਂਦਾ। ਨਾਮ ਲੈਣਾ ਜਿਹੜਾ ਹੈ ਇਹ ਸਿੱਖ ਮਤ ਦੇ ਵਿਰੁੱਧ ਹੈ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸਾਨੂੰ ਜਿਹੜੀ ਆਪਣੀ ਰਹਿਤ ਮਰਿਆਦਾ ਪ੍ਰਵਾਨਿਤ ਹੈ, ਇਹ ਗੁਰਦੁਆਰੇ ਵਾਲਿਆਂ ਨੂੰ ਕਿਸੇ ਦੀ ਰਾਏ ਲੈਣ ਦੀ ਲੋੜ ਨਹੀਂ। ਜਿਹੜੀ ਵੀ ਕਮੇਟੀ ਹੈ, ਜਿਹੜੀ ਇਹ ਪੰਥ ਪ੍ਰਵਾਨਿਤ ਮਰਿਆਦਾ ਹੈ, ਇਸ ਨੂੰ ਲੈਣ ਔਰ ਇਸ ਦੇ ਉੱਪਰ ਜੋ ਕੁਝ ਲਿਖਿਆ ਉਹਦੇ ਉੱਪਰ ਚੱਲਣ। ਇਹਦੇ ਨਾਲ ਜਿੰਨੇ ਵੀ ਇਹ ਤੁਹਾਡੇ ਮਸਲੇ ਲੋਕ ਖੜੇ ਕਰ ਦਿੰਦੇ ਨੇ, ਕਿਉਂਕਿ ਅੱਜ ਕੱਲ੍ਹ ਸਾਨੂੰ ਮਾਰਨ ਵਾਲੇ ਬਹੁਤੇ ਨੇ, ਬਚਾਉਣ ਵਾਲੇ ਬਹੁਤ ਥੋੜੇ ਨੇ। ਉਹ ਇਸ ਮਰਿਆਦਾ ਦੇ ਸਿਰ ਤੇ ਹੀ ਏਕਤਾ ਹੋ ਸਕਦੀ ਹੈ ਜੀ, ਨਹੀਂ ਤਾਂ ਜਿੰਨੇ ਡੇਰੇ ਨੇ ਉਹਨੇ ਤੁਹਾਨੂੰ ਨਾ ਸਿਰਫ ਧਰਮ ਵੰਡਿਆ ਜਾ ਰਿਹਾ ਬਲਕਿ ਇਹਦੇ ਨਾਲ ਸਮਾਜ ਵੀ ਵੰਡਿਆ ਜਾ ਰਿਹਾ ਹੈ। ਔਰ ਸਮਾਜ ਦੇ ਵੰਡੇ ਜਾਣ ਨਾਲ ਜਿਹੜੀ ਆਰਜਕਤਾ ਖੜੀ ਹੁੰਦੀ ਹੈ, ਮੈਂ ਫਲਾਣੇ ਦਾ ਫਲਾਣੇ ਨਾਲ ਝਗੜਾ ਹੋ ਗਿਆ, ਫਲਾਣੇ ਨਾਲ ਫਲਾਣੇ ਦਾ ਝਗੜਾ ਹੋ ਗਿਆ, ਉਹ ਇਹ ਡੇਰੇਦਾਰਾਂ ਦੀ ਬਹੁਤ ਵੱਡੀ ਇੱਕ ਸਮਾਜ ਨੂੰ ਇਹ ਲਾਨਤ ਹੈ ਜਿਹੜੀ ਸਾਨੂੰ ਸਾਡੇ ਨਾਲ। ਠੀਕ ਹੈ, ਮੈਂ ਤਾਂ ਇਹੀ ਬੇਨਤੀ ਠੀਕ ਹੈ ਜੀ, ਸਾਡੇ ਨਾਲ ਭਜਨ ਸਿੰਘ ਸ਼ੇਰਗਿੱਲ ਜੀ ਨੇ, ਐਗਜ਼ੈਕਟਿਵ ਮੈਂਬਰ ਨੇ SGPC ਦੇ। ਭਜਨ ਸਿੰਘ ਸ਼ੇਰਗਿੱਲ ਜੀ, ਜਿਹੜੀ ਜਿਵੇਂ SGPC ਵੀ ਹੈ, ਜਿਹੜੀ ਕਮੇਟੀ ਹੈ ਉਹ ਸਿੱਖ ਧਰਮ ਦੇ ਪ੍ਰਚਾਰ ਲਈ ਹੈ ਜਾਂ ਗੁਰਦੁਆਰਿਆਂ ਦੇ ਪ੍ਰਬੰਧਨ ਦੇ ਲਈ ਹੈ, ਪਰ ਜਿਸ ਤਰ੍ਹਾਂ ਦੇ ਨਾਲ ਹਰ ਦੇਸ਼ ਦੇ ਵਿੱਚ ਇਸ ਵੇਲੇ ਸਿੱਖ ਧਰਮ ਦੇ ਲੋਕ ਨੇ, ਹਰ ਧਰਮ ਦੇ ਲੋਕ ਹੁੰਦੇ ਨੇ, ਸਿੱਖ ਜਿਹੜੇ ਨੇ ਉਹ ਹਰ ਦੁਨੀਆ ਦੇ ਕੋਨੇ-ਕੋਨੇ ਵਿੱਚ ਫੈਲੇ ਹੋਏ ਨੇ। ਉੱਥੇ ਉਹਨਾਂ ਦੇ ਵੱਲੋਂ ਵੀ ਆਪਣੀ ਕੋਈ ਕਮੇਟੀ ਬਣਾਈ ਜਾਂਦੀ ਹੈ, ਹਰ ਜਗ੍ਹਾ ਦੇ ਉੱਪਰ ਬਣਾਈ ਜਾਂਦੀ ਹੈ, ਤੇ ਉਹ ਸਾਰੀਆਂ ਆਪਸ ਦੇ ਵਿੱਚ ਕੋਆਰਡੀਨੇਸ਼ਨ ਬਣਾ ਕੇ ਚੱਲਣ, ਰਹਿਤ ਮਰਿਆਦਾ ਇੱਕੋ ਰਵੇ, ਹਰ ਦੇ ਕੋਈ ਵੱਖਰੇ ਰੂਲ ਨਾ ਹੋਣ, ਕਿਉਂਕਿ ਸਿੱਖ ਧਰਮ ਇੱਕ ਹੈ ਤਾਂ ਸਾਰੇ ਰੂਲ ਇੱਕੋ ਹੀ ਹੋਣੇ ਚਾਹੀਦੇ ਨੇ। ਕਿ SGPC ਦਾ ਰੋਲ ਕਿਸ ਤਰ੍ਹਾਂ ਨਾਲ ਦੇਖਦੇ ਹੋ ਸਭ ਦੇ ਵਿੱਚ? ਬਲਵਿੰਦਰ ਜੀ, ਜਦੋਂ ਜਿਹੜੀ ਸਰਵ ਪ੍ਰਵਾਨਿਤ ਸੰਸਥਾ ਸਾਡੀ ਸ਼੍ਰੋਮਣੀ ਕਮੇਟੀ ਹੈ, ਜਿਹੜੇ ਇਹਦੇ ਸੰਚਾਲਕ ਨੇ, ਜਦੋਂ ਉਹਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਆ ਜਾਂਦੀਆਂ ਹੈ, ਪਿਛਲੇ ਕੁਝ ਦਿਨਾਂ ਤੋਂ, ਕੁਝ ਮਹੀਨਿਆਂ ਤੋਂ ਜਿਹੜੇ ਵੱਖ-ਵੱਖ ਵਾਦ ਵਿਵਾਦ ਚੱਲ ਰਹੇ ਨੇ, ਇਹਦਾ ਜੇ ਪਿਛੋਕੜ ਦੇਖੀਏ ਤਾਂ ਜਦੋਂ ਸਾਡੇ ਆਪਣੇ ਕਾਰਜਸ਼ੀਲੀ 'ਚ ਪੈ ਜਾਂਦੇ ਨਾ ਪਰ ਕਮਜ਼ੋਰੀਆਂ,
ਤਾਂ ਉਹ ਬਾਹਰਲੇ ਜਿਹੜੇ ਦੂਜੇ ਲੋਕ ਨੇ ਉਹਨਾਂ ਦਾ ਵੀ ਹੌਸਲਾ ਵੱਧ ਜਾਂਦਾ ਕੋਈ ਨਾ ਕੋਈ ਬਾਤ ਘਾਟ ਕਰਨ ਦਾ। ਵੈਸੇ ਤਾਂ ਜਿੱਥੇ ਤੱਕ ਸਾਡਾ ਤਾਲੁਕ ਹੈ 2-3 ਮਹੀਨੇ ਤੋਂ ਜਿਹੜਾ ਚੱਲ ਰਿਹਾ ਵਾਦ-ਵਿਵਾਦ, ਇਹਦੇ ਇੱਕ ਖਤਮ ਨਹੀਂ ਹੁੰਦਾ, ਦੂਜਾ ਖੜਾ ਹੋ ਜਾਂਦਾ ਹੈ ਜੀ। ਇਹ ਹੋਇਆ ਸੀ ਜਦੋਂ ਸਾਡੇ ਸਿੰਘ ਸਾਹਿਬਾਨ ਨੇ ਹੀ ਇਹਦਾ ਮੁੱਢ ਗਲਤ ਬੰਨਤਾ। ਇੱਕ ਡੇਰੇ ਦੇ ਸਾਧ ਨੂੰ ਬਗੈਰ ਕਿਸੇ ਸਜ਼ਾ ਲਵਾਏ ਤੋਂ ਮਾਫੀ ਹੋ ਗਈ। ਉਸ ਤੋਂ ਬਾਅਦ ਦੂਜਿਆਂ ਦਾ ਵੀ ਬੜਾ ਹੌਸਲਾ ਵੱਧ ਗਿਆ, ਦੂਜੀਆਂ ਸੰਸਥਾਵਾਂ ਦੇ ਵਿੱਚ ਜਾਂ ਬਾਹਰ ਜਿਹੜੇ ਗੁਰਦੁਆਰੇ ਨੇ ਵੀ ਇਹਦੇ ਵੀ ਸਿੱਖ ਧਰਮ 'ਚ ਬਾਤ ਘਾਟ ਹੋ ਸਕਦੀ ਹੈ। 1945 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਪ੍ਰਬੰਧ ਤਾਂ ਕੀਤਾ ਸੀ, ਸਲਾਹਕਾਰ ਕਮੇਟੀ ਦੀ ਰਾਏ ਲੈ ਕੇ। ਉਹਨਾਂ ਦੀ ਰਾਏ ਇਹ ਸੀ ਵੀ ਚਲੋ ਬਾਤ ਘਾਟ ਤਾਂ ਕੁਝ ਕਰੀ ਜਾ ਸਕਦੀ ਹੈ, ਪਰ ਉਹਨਾਂ ਨੇ ਕਿਸੇ ਸੀਮਤ ਦਾਇਰੇ ਵਿੱਚ ਅਲਾਉ ਕੀਤਾ ਸੀ। ਇਹ ਇੰਨਾ ਖੁੱਲ੍ਹਾ ਨਹੀਂ ਸੀ ਛੱਡਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ 5 ਪਿਆਰਿਆਂ ਨੂੰ ਵੀ ਆਪਾਂ ਉਹਨਾਂ ਦੀ ਜਿਹੜੀ ਬਣਦਾ ਸਤਿਕਾਰ ਹੈ ਨਾ ਦੇ ਸਕੀਏ। ਜਦੋਂ 5 ਬਾਣੀਆਂ ਨੂੰ ਉਚਾਰਨ ਕਰਨ ਵਾਲੇ ਜਦੋਂ ਅੰਮ੍ਰਿਤ ਛਕਾਉਂਦੇ ਹੈ, ਉਹਨਾਂ ਦਾ ਮਾਣ ਸਤਿਕਾਰ ਘਟਦਾ ਜਾਂਦਾ ਹੈ, ਤਾਂ ਬਾਕੀ ਦਾ ਵੀ ਹੌਸਲਾ ਵੱਧਦਾ। ਜਿਹੜੇ ਦੂਜੀਆਂ ਸੰਸਥਾਵਾਂ ਨੇ, ਸਾਡੇ ਦੂਜੇ ਗੁਰਦੁਆਰੇ ਨੇ, ਜਿਸ ਤਰ੍ਹਾਂ ਦੁਬਈ ਦੀ ਘਟਨਾ ਆਪ ਜੀ ਦੱਸ ਰਹੇ ਨੇ, ਉਹਦੇ ਵਿੱਚ ਉਹਨਾਂ ਨੇ ਵੀ ਦੇਖਿਆ ਹੋਣਾ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਆਪਣੀ ਢਿੱਲ ਹੈ, ਆਪਣੀ ਪਕੜ ਹੈ, ਸਿੰਘ ਸਭਾਨ ਦਾ ਜਿਹੜਾ ਆਪਣਾ ਕਾਰਜ ਹੈਗਾ ਕੰਮ ਕਰਨ ਦਾ, ਉਹਦੇ ਵਿੱਚ ਕਮੀਆਂ ਆ ਰਹੀਆਂ ਨੇ। ਤੇ ਦੂਜੇ ਜਿਹੜੇ ਆਮ ਗੁਰਦੁਆਰੇ ਨੇ ਦੂਜੇ ਮੁਲਕਾਂ ਦੇ ਵਿੱਚ, ਜਿਹਦੇ ਸਿਰ ਤੇ ਇੱਥੋਂ ਹੀ ਕੋਈ ਭਾਰ ਪੈਣਾ, ਜਕੜ ਹੋਣੀ ਹੈ, ਉਹਨਾਂ ਦਾ ਵੀ ਹੌਸਲਾ ਵੱਧ ਗਿਆ ਬਾਤ ਘਾਟ ਕਰਨ ਦਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਅਵਰ ਵਿਦੇਸੇ ਆਪ ਨਾ ਕਰੇ। ਅਸੀਂ ਕਿਸ ਤਰ੍ਹਾਂ ਦੂਜਿਆਂ ਤੋਂ ਆਸ ਰੱਖ ਸਕਦੇ ਹਾਂ ਜਦੋਂ ਅਸੀਂ ਆਪਣੀਆਂ 1-2 ਗਲਤੀਆਂ ਕਰ ਬੈਠੇ। ਅੰਮ੍ਰਿਤ ਛਕਾਉਣ ਵਾਲੇ 5 ਪਿਆਰਿਆਂ ਦਾ ਸਤਿਕਾਰ ਸਾਡੇ ਕੋਲੋਂ ਘੱਟ ਹੋ ਗਿਆ, ਤੇ ਉਹ ਗੁਰਬਾਣੀਆਂ ਵੀ ਬਾਣੀ ਵੀ ਜਿਹੜੇ 5 ਪਿਆਰਿਆਂ ਨੇ ਹੀ ਪੜ੍ਹਨੀ ਸੀ ਜਦੋਂ ਅੰਮ੍ਰਿਤ ਛਕਾਉਣੇ। ਤਾਂ ਇਸ ਤਰ੍ਹਾਂ ਕਰਕੇ ਇਹ ਦੁਬਈ ਵਾਲਾ ਮਸਲਾ ਇਸ ਕਮੀ ਦੇ ਨਾਲ ਮੈਂ ਜੋੜਦਾ ਹਾਂ ਕਿ ਉਹਨਾਂ ਨੇ ਸਾਡੀ ਘਾਟਵਾਦ ਨੂੰ ਦੇਖ ਕੇ ਆਪ ਵੀ ਉਹਦੇ ਵਿੱਚ ਤਬਦੀਲੀ ਕਰਨ ਦੀ ਕੋਸ਼ਿਸ਼ ਕਰੀ, ਪਰ ਉਹ ਇਹਦੇ ਵਿੱਚ ਕਾਮਯਾਬ ਨਹੀਂ ਹੋਣਗੇ। ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਮਾਣਿਤ ਸਾਡੀ ਸਲਾਹਿਤ ਮਰਿਆਦਾ ਹੈ, ਉਹਦੇ ਵਿੱਚ ਕੋਈ ਛੇੜਛਾੜ ਕਰਨ ਦਾ ਕੋਈ ਹੌਸਲਾ ਨਹੀਂ ਰੱਖ ਸਕਦਾ। ਬਾਗੜੀਆ ਜੀ, ਜਿਸ ਤਰ੍ਹਾਂ ਜੋ ਭਜਨ ਸਿੰਘ ਸ਼ੇਰਗਿੱਲ ਜੀ ਕਹਿ ਰਹੇ ਨੇ, ਜੋ ਕਮੀ ਇੱਥੋਂ ਹੀ ਦੱਸ ਰਹੇ ਨੇ ਕਿ ਜੇ ਇੱਥੋਂ ਕਮੀ ਹੈ ਤਾਂ ਕਿਤੇ ਜਾ ਕੇ ਬਾਹਰ ਉਸ ਕਮੀ ਦਾ ਹੀ ਕਿਤੇ ਨਾ ਕਿਤੇ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਪੂਰੀ ਦੁਨੀਆ ਜੋ ਇਸ ਤਰ੍ਹਾਂ ਦੇ ਨਾਲ ਕੀਤਾ ਜਾ ਰਿਹਾ ਕਿ ਵੱਖ-ਵੱਖ ਮੁਲਕਾਂ ਦੇ ਵਿੱਚ, ਪਹਿਲਾਂ ਸਾਊਦੀ ਅਰਬ ਦੇ ਵਿੱਚ ਹੋਇਆ ਸੀ, ਅਰਦਾਸ ਦੇ ਜਿਹੜੀ ਪ੍ਰਵਾਨਿਤ ਅਰਦਾਸ ਆ ਉਸ ਦੇ ਸ਼ਬਦਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਸੀ, ਉੱਥੇ ਉਸ ਤੋਂ ਬਾਅਦ ਭਾਵੇਂ ਮਾਫੀ ਮੰਗ ਲਈ ਗਈ ਸੀ, ਤੇ ਹੁਣ ਦੁਬਈ ਦੇ ਵਿੱਚ ਇਸ ਤਰ੍ਹਾਂ ਦੇਖਣ ਨੂੰ ਮਿਲਿਆ। ਇਸ ਨੂੰ ਤੁਸੀਂ ਵੀ ਕੀ ਇਸ ਤਰ੍ਹਾਂ ਜੋੜਦੇ ਹੋ ਜਿਸ ਤਰ੍ਹਾਂ ਨਾਲ ਇਹਨਾਂ ਨੇ ਭਜਨ ਸਿੰਘ ਸ਼ੇਰਗਿੱਲ ਜੀ ਨੇ ਕਹੀ ਇਹ ਗੱਲ? ਤੇ ਜੇ ਇਹ ਸਭ ਕੁਝ ਹੈ ਤਾਂ ਫਿਰ ਇਸ ਦਾ ਉਹੀ ਗੱਲ ਆ ਜਾਂਦੀ ਹੈ ਕਿ ਹੱਲ ਕੀ ਹੈ, ਠੀਕ ਕਿਸ ਤਰ੍ਹਾਂ ਕੀਤਾ ਜਾਵੇ? ਦੇਖੋ, ਬਿਲਕੁਲ ਜੋ ਉਹਨਾਂ ਨੇ ਕਿਹਾ ਬਿਲਕੁਲ ਵਜ੍ਹਾ ਕਿਹਾ ਹੈ ਵੀ ਦੂਸਰਾ ਬੰਦਾ ਪ੍ਰਚਾਰ ਵਾਸਤੇ ਤਾਂ ਆਉਂਦਾ ਜੇ ਅਸੀਂ ਆਪ ਪ੍ਰਚਾਰ ਸਹੀ ਨਹੀਂ ਕਰਦੇ। ਹੁਣ ਇਹ ਜਿਹੜੀ ਮੈਂ ਦੁਬਾਰਾ ਹਰ ਵਾਰੀ ਇਹੀ ਮੈਨੂੰ ਕਹਿਣਾ ਪੈਂਦਾ ਵੀ ਜਿਹੜਾ SGPC ਦਾ ਕੰਮ ਹੈ ਉਹ ਸਿਰਫ ਧਰਮ ਪ੍ਰਚਾਰ ਹੈ, ਸਿਆਸਤ ਨਹੀਂ ਹੈ। ਸਿਆਸਤ ਸਾਰਿਆਂ ਨੂੰ ਛੱਡ ਕੇ, ਜਿੰਨੀ ਦੇਰ ਸਿਆਸਤ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਦਸ਼ਮੇਸ਼ ਪਿਤਾ ਦੇ ਬੱਚੇ ਬਣ ਕੇ ਅਸੀਂ ਧਰਮ ਨੂੰ ਅੱਗੇ ਨਹੀਂ ਲਿਆਉਂਦੇ। ਹੁਣ ਧਰਮ ਜਿਹੜੀ ਹੈ ਉਹ ਸਿਆਸਤ ਦਾ ਕਵਚ ਬਣ ਗਿਆ। ਹੁਣ ਜਿਹੜਾ ਇਹਨਾਂ ਦੇ ਉੱਪਰ ਅਟੈਕ ਹੁੰਦਾ ਹੈ SGPC ਤੇ ਜਾਂ ਜਥੇਦਾਰ ਸਾਹਿਬਾਨ ਤੇ, ਉਹਦੇ ਪਿੱਛੇ ਕੀ ਹੈ? ਉਹਦੇ ਪਿੱਛੇ ਹੈ ਜਿਹੜੇ ਇਹਨਾਂ ਦੇ ਫੈਸਲੇ ਨੇ, ਜਿਹੜੇ ਕਿ ਜਿਨ੍ਹਾਂ ਨੂੰ ਕਿ ਸਿਆਸੀ ਰੰਗ ਨਜ਼ਰ ਆਉਂਦਾ ਹੈ। ਉਹ ਸਿਆਸੀ ਅਟੈਕ ਦੇ ਵਿੱਚ ਸਾਡਾ ਧਰਮ ਆ ਜਾਂਦਾ, ਸਾਡੇ ਧਰਮ ਅਸਥਾਨ ਆ ਜਾਂਦੇ ਨੇ। ਇਹ ਸਾਨੂੰ ਜਿਹੜੀ ਹੈ SGPC ਹੈ ਔਰ ਅਕਾਲ ਜਥੇਦਾਰ ਜਿਹੜੇ ਵੀ ਹਨ, ਉਹਨਾਂ ਨੂੰ ਸਾਨੂੰ ਇਸ ਸਿਆਸਤ ਵਾਸਤੇ ਉਹਨਾਂ ਨੂੰ ਸ਼ੀਲਡ ਨਹੀਂ ਬਣਾਉਣਾ ਚਾਹੀਦਾ। ਤੁਸੀਂ ਧਿਆਨ ਨਾਲ ਜੇ ਦੇਖੋ ਤਾਂ ਸਾਰੇ ਉਹ ਇਹਦੇ ਰੌਲਾ ਪਾ ਰਹੇ ਨੇ ਜਿਹੜੇ ਅਕਾਲੀ ਦਲ ਦੇ ਖਿਲਾਫ ਨੇ। ਘਿਰ ਗਿਆ ਉਹਦੇ ਸਾਡਾ ਪੰਥ। ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਆਪਣੇ ਵਿਚਾਰਨ ਵਾਲੀਆਂ ਨੇ। ਮੈਂ ਤਾਂ ਇਹੀ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਸਿਆਸਤ ਨੂੰ ਗੁਰਦੁਆਰਿਆਂ ਵਿੱਚੋਂ ਕੱਢੋ ਜੇ ਸਿੱਖੀ ਬਚਾਉਣੀ ਹੈ। ਜੀ ਬਾਗੜੀਆ ਜੀ, ਮਤਲਬ ਜੋ ਤੁਹਾਡਾ ਮੇਨ ਸਭ ਕੁਝ ਮੌਜੂਦ ਹੈ, ਜੋ ਤੁਹਾਡਾ ਮੇਨ ਪੁਆਇੰਟ ਹੈ, ਤਾਂ ਉਹ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਹੈ। ਦੇਖੋ ਗੱਲ
ਕੋਈ ਵੀ ਪਾਰਟੀ ਜੇ ਹੋਏਗੀ ਤਾਂ ਉਹ ਪਾਰਟੀ ਤੋਂ ਕਦੇ ਨਾ ਕਦੇ ਲੋਕ ਨਾਰਾਜ਼ ਹੋਣਗੇ ਇਹ ਦੀ ਗੱਲ ਨਹੀਂ ਹੈ। ਹਾਂ, ਕੋਈ ਵੀ ਪਾਰਟੀ ਹੋਗੀ ਕਦੇ ਨਾ ਕਦੇ ਤਾਂ ਲੋਕ ਉਸ ਤੋਂ ਨਾਰਾਜ਼ ਹੋਣਗੇ, ਤੇ ਜੋ ਨਾਰਾਜ਼ਗੀ ਦਿਖਾਉਣਗੇ ਤਾਂ ਉਸ ਵੇਲੇ ਜੇ ਉਹ ਕਿਤੇ ਉਸ ਉੱਚੇ ਅਹੁਦੇ ਤੇ ਬੈਠੇ ਨੇ ਤਾਂ ਉਹ ਕਿਤੇ ਨਾ ਕਿਤੇ ਉਸ ਅਹੁਦੇ ਦੀ ਮਰਿਆਦਾ ਨੂੰ ਘਾਣ ਪੁੱਜੇਗਾ। ਉਹ ਤਾਂ ਹੈ, ਫਿਰ ਉਹ ਧਰਮ ਦੀ ਕੁਰਸੀ ਤੇ ਨਾ ਬੈਠਣ, ਉਹ ਸਿਆਸਤ ਦੀ ਕੁਰਸੀ ਤੇ ਬੈਠਣ। ਸਿਆਸਤ ਦੀ ਕੁਰਸੀ ਦੇ ਉੱਪਰ ਹਮਲਾ ਹੁੰਦਾ ਹੈ, ਉਹ ਰੋਕਿਆ ਜਾ ਸਕਦਾ, ਉਹਦਾ ਜਵਾਬ ਦਿੱਤਾ ਜਾ ਸਕਦਾ। ਰਵਿੰਦਰ ਜੀ ਮੈਂ ਤੁਹਾਨੂੰ ਦੱਸਦਾ ਉੱਥੇ ਦੇ ਹਾਲਾਤ ਵਾਕਫਾਨਾ ਹੁਣ ਜਿਹੜੀਆਂ 3 ਬਾਣੀਆਂ ਉਹਨਾਂ ਨੇ ਕੱਢੀਆਂ ਨੇ ਇਹ ਤੁਹਾਡੀਆਂ ਡੇਲੀ ਨਿਤਨੇਮ ਦੀਆਂ ਬਾਣੀਆਂ ਨੇ। ਇਹਦਾ ਮਤਲਬ ਹੈ ਵੀ ਉਹ ਨਿਤਨੇਮ ਵੀ ਅਸੀਂ ਛੱਡਾਂਗੇ, ਹੁਣ 2 ਬਾਣੀਆਂ ਦਾ ਕਰਾਂਗੇ। ਅਸੀਂ ਹਰ ਸ਼ੇਰਗਿੱਲ ਜੀ ਕਹਿਣਾ ਚਾਹੁੰਦੇ ਸਿਆਸਤਦਾਨਾਂ ਤੇ ਹੀ ਸਾਰਾ ਨਿਸ਼ਾਨਾ ਸਾਰਾ ਨਿਸ਼ਾਨਾ ਸਿਆਸਤਦਾਨਾਂ ਤੇ ਹੀ ਰੱਖੀਏ। ਜਦੋਂ ਉੱਥੇ ਸਾਡੀ ਪ੍ਰਬੰਧਕ ਕਮੇਟੀ ਸਰਵ ਪ੍ਰਮਾਣਿਤ ਹੈ, ਚੁਣੀ ਹੋਈ ਕਮੇਟੀ ਹੈ, ਹੋਮ ਦੇ ਥੱਲੇ ਚੁਣੀ ਜਾਂਦੀ ਹੈ, ਵੱਖ-ਵੱਖ ਨੁਮਾਇੰਦੇ ਜਾਂਦੇ ਨੇ। ਜੇ ਉਹ ਨੁਮਾਇੰਦੇ ਦੱਸਣ ਜਿਹੜੇ ਲੋਕਾਂ ਦਾ ਇਹ ਗੱਲ ਚੱਲ ਰਹੀ ਹੈ ਵੀ ਉਹ ਇਹਦੇ ਵਿੱਚ ਦਖਲ ਦਿੰਦੇ ਹੈ, ਤਾਂ ਉਹ ਕਿਉਂ ਨਹੀਂ ਸਮਝਣਗੇ? ਉਹ ਆਪ ਸਾਡੇ ਵਿੱਚ ਕਮਜ਼ੋਰੀ ਹੈ। ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹ ਆਪਣੇ ਤੌਰ ਤੇ ਜਿਸ ਤਰ੍ਹਾਂ ਵੀ ਕੋਈ ਘਟਨਾ ਆਉਂਦੀ ਹੈ, ਜਿਸ ਤਰ੍ਹਾਂ ਵੀ ਬਾਤ ਘਾਟ ਹੁੰਦੀ ਹੈ, ਉਹਨੂੰ ਮੰਨਦੇ ਚਲੇ ਜਾਂਦੇ ਨੇ। ਜੇ ਉਹਨੂੰ ਸੂਝਵਾਨ ਤਰੀਕੇ ਦੇ ਨਾਲ ਜਿਹੜੇ ਦਖਲਅੰਦਾਜ਼ੀ ਕਰਦੇ ਨੇ, ਮੈਂ ਨਹੀਂ ਮੰਨਦਾ ਵੀ ਉਹ ਨਾ ਮੰਨਣ। ਜੇ ਆਪਣੇ ਤੌਰ ਤੇ ਉਹਨਾਂ ਨੂੰ ਇਹ ਦੱਸਣ ਵੀ ਆ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਇਹਦੇ ਨਾਲ ਸਮੁੱਚੇ ਸਿੱਖ ਪੰਥ ਨੂੰ ਨੁਕਸਾਨ ਹੋਏਗਾ ਤੇ ਤੁਹਾਨੂੰ ਵੀ ਇਹਦਾ ਹਾਨੀ ਹੋਏਗੀ ਕਹਿਣ ਦੇ ਨਾਲ ਜੀ ਆਪਣੇ ਆਪ ਹੀ ਤਿਆਰ ਹੋ ਜਾਂਦੇ ਆ ਜਿਹੜੇ ਸਾਡੇ ਨੁਮਾਇੰਦੇ। ਦੇਖੋ ਜੇ ਮੈਂ ਮਾਫੀ ਚਾਹਾਂਗਾ ਇਹ ਸ਼ਬਦ ਵਰਤਦੇ ਹੋਏ, ਪਰ ਕਿਤੇ ਨਾ ਕਿਤੇ ਜਿਹੜੀ ਹੈ ਡਿਊਟੀ ਜਿਹੜੀ ਹੈ ਉਹ ਡਿਊਟੀ ਨਹੀਂ ਸਮਝੀ ਜਾ ਰਹੀ। ਸਿਰਫ ਇਹ ਹੈ ਕਿ ਕਿਸੇ ਤਰ੍ਹਾਂ ਕੁਰਸੀ ਜਿਹੜੀ ਹੈ ਉਹ ਮਿਲਦੀ ਰਹੇ। ਹਾਂ, ਤੇ ਉਹ ਇਸ ਤਰ੍ਹਾਂ ਹੈ ਨਾ ਵੀ ਉੱਥੇ ਵੀ ਆਪ ਵੀ ਜਿਹੜੇ ਅਸੀਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਂ, ਅਸੀਂ ਸਿਰਫ ਉਹਦੇ ਤੱਕ ਸੀਮਿਤ ਨਹੀਂ ਰਹੇ। ਸਾਡੀਆਂ ਵੀ ਵੱਖ-ਵੱਖ ਐਕਟੀਵਿਟੀ ਨੇ, ਸਮੁੱਚਾ ਸਮਰਪਿਤ ਨਹੀਂ ਆਪਣੇ ਆਪ ਨੂੰ ਕਰ ਸਕੇ। ਜਿਹੜੀਆਂ ਡਿਊਟੀਆਂ ਸੰਗਤਾਂ ਨੇ ਲਾ ਕੇ ਸਾਨੂੰ ਭੇਜੀਆਂ ਨੇ ਉੱਥੇ, ਤਾਂ ਉਹ ਡਿਊਟੀਆਂ ਸਹੀ ਤਰ੍ਹਾਂ ਨਾ ਭੁਗਤਾਉਣ ਕਰਕੇ ਅਸੀਂ ਆਪਣੇ ਆਪ ਸਿਆਸਤਦਾਨਾਂ ਦੇ ਜਾ ਕੇ ਨਾਲ ਰੁਲਦੇ ਹਾਂ ਤਾਂ ਉਹ ਜੁੜਦੇ ਨੇ। ਆਪਣੇ ਇਕੱਲੇ ਤੌਰ ਤੇ ਨਹੀਂ ਉਹ ਕੁਝ ਵੀ ਕਰ ਸਕਦੇ ਜੇ ਅਸੀਂ ਉਹਨਾਂ ਦੇ ਨਾਲ ਆਪਣੇ ਆਪ ਜਾ ਕੇ ਨਾ ਸਾਂਝ ਪਾਈਏ। ਠੀਕ ਹੈ, ਇਹ ਘਾਟ ਹੈ ਸਾਡੀ ਸ਼੍ਰੋਮਣੀ ਕਮੇਟੀ ਦੀ। ਸ਼ੇਰਗਿੱਲ ਜੀ ਨੁਮਾਇੰਦੇ ਨੇ ਇੱਕ ਇਹ ਸਭ ਕੁਝ ਦੇਖਿਆ ਅਸੀਂ ਹਰ ਵਾਰੀ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਚਰਚਾ ਕਰਦੇ ਹਾਂ ਸਿਆਸਤ ਦੇ ਤੌਰ ਤੇ ਵਰਤ ਰਹੇ ਨੇ। ਹਾਂ, ਅਸੀਂ ਜਦੋਂ ਵੀ ਇਹ ਚਰਚਾ ਕਰਦੇ ਹਾਂ ਤਾਂ ਇਹ ਪ੍ਰੋਬਲਮ ਜ਼ਰੂਰ ਨਿਕਲ ਕੇ ਸਾਹਮਣੇ ਆਉਂਦੀ ਹੈ। ਹੁਣ ਮੈਂ ਦੋਨੇ ਮਹਿਮਾਨਾਂ ਦਾ ਆਖਰੀ ਕਮੈਂਟ ਜ਼ਰੂਰ ਲੈਣਾ ਚਾਹਾਂਗਾ। ਪਹਿਲਾਂ ਸ਼ੇਰਗਿੱਲ ਜੀ, ਕਿ ਇਸ ਸਭ ਦਾ ਹੱਲ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਸਿੱਖ ਸੰਗਤ ਨੂੰ ਕੀ ਕਰਨ ਦੀ ਲੋੜ ਹੈ ਇਸ ਜਿਹੜੀ ਤਾਂ ਕਿ ਅਜਿਹੀਆਂ ਚੀਜ਼ਾਂ ਨਾ ਹੋਣ? ਜਿਹੜੇ ਸਾਡੇ ਗੁਰਦੁਆਰੇ ਆ ਉਹਨਾਂ ਨੂੰ ਕੱਲਾ ਪੂਜਾ ਦਾ ਸਾਧਨ ਨਾ ਮੰਨ ਕੇ ਉਹਦੇ ਹੋਰ 4-5 ਬਹੁਤ ਉਹਦੀਆਂ ਪ੍ਰਾਪਤੀਆਂ ਜਿਹੜੀਆਂ ਸਮੁੱਚੀ ਸੰਗਤ ਨੂੰ ਠੱਲ ਪਾ ਸਕਦੀਆਂ ਨੇ। ਉੱਥੇ ਗੁਰਦੁਆਰੇ ਨੂੰ ਛੋਟੀ ਪੀੜ੍ਹੀ ਵਾਸਤੇ ਪਾਠਸ਼ਾਲਾ ਦੇ ਤੌਰ ਤੇ ਵਰਤਿਆ ਜਾਵੇ, ਉੱਥੇ ਸਿੱਖਿਅਤ ਕੀਤਾ ਜਾਵੇ। ਜਿਹੜੇ ਗਿਆਨੀ ਲੋਕ ਨੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਦਾ ਉੱਥੇ ਸਾਧਨ ਮਿਲਦਾ ਹੈ। ਹੋਰ ਬਹੁਤ ਜ਼ਿਆਦਾ ਕੁਝ ਸਿੱਖਦੇ ਨੇ ਉੱਥੇ ਜਾ ਕੇ। ਉਹਨਾਂ ਨੂੰ ਚਾਂਸ ਦਿੱਤਾ ਜਾਵੇ ਗਿਆਨ ਵਿੱਚ ਵਾਧਾ ਕਰਦਾ, ਤਾਂ ਕਿ ਉਹ ਅੱਗੇ ਜਾ ਕੇ ਸੰਗਤ ਦੇ ਵਿੱਚ ਵਧੀਆ ਪ੍ਰਚਾਰ ਕਰ ਸਕਣ। ਤੇ ਦੂਜਾ, ਗਰੀਬ ਜਿਹੜੇ ਬੰਦਿਆਂ ਨੂੰ ਅਸੀਂ ਨੇੜੇ ਲਾਉਣ ਤੋਂ ਝਿਜਕਦੇ ਹਾਂ, ਇਹ ਤਾਂ ਗੁਰੂ ਸਾਹਿਬ ਦਾ ਪਹਿਲਾ ਅਸੂਲ ਸੀ ਬਰਾਬਰਤਾ ਦਾ। ਜਿਹੜਾ 5 ਬਾਣੀਆਂ ਦੇ ਤੇ 5 ਪਿਆਰਿਆਂ ਦਾ ਅੰਮ੍ਰਿਤ ਛਕਾਉਣ ਦਾ ਮੇਨ ਮੁੱਦਾ ਸੀ, ਉਹ ਸਾਰਾ ਇਸ ਕੜੀ ਤੇ ਨਿਰਭਰ ਕਰਦਾ ਸੀ ਵੀ ਸਮੁੱਚੀ ਜਿਹੜੀ ਸਿੱਖ ਪੰਥ ਹੈ ਉਹ ਰਲ ਮਿਲ ਕੇ ਪਿਆਰ ਦੇ ਨਾਲ ਗੁਰੂ ਘਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ। ਠੀਕ ਹੈ, ਬਾਗੜੀਆ ਜੀ ਆਖਰੀ ਟਿੱਪਣੀ ਤੁਹਾਡੇ ਕੋਲ ਵੀ ਚਾਹਾਂਗੇ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਦੇ ਵਿੱਚ ਜੇ ਆਪਾਂ ਨੂੰ ਸਮਾਪਤ ਕਰੀਏ, ਇੱਕ ਤਾਂ ਇਹ ਹੈ ਵੀ ਜਿਹੜੀ ਇਲੈਕਸ਼ਨ ਹੈ SGPC ਦੀ, ਇਹ ਪਾਰਟੀ ਨੁਮਾ ਨਹੀਂ ਹੋਣੀ ਚਾਹੀਦੀ। ਇਹ ਜਿਹੜਾ ਅਸੀਂ ਕਹਿ ਦਿੰਦੇ ਹਾਂ ਪਾਰਲੀਮੈਂਟ ਹੈ, ਇਹ ਬਿਲਕੁਲ ਗਲਤ ਹੈ। ਇਹ ਇੱਕ ਐਵੇਂ ਮੂੰਹ ਚੜਿਆ ਹੋਇਆ ਲਫ਼ਜ਼ ਹੈ। ਇਹ ਪਾਰਟੀ ਨਹੀਂ ਹੈ, ਇਹ ਧਰਮ ਵਾਸਤੇ ਹੈ। ਦੂਸਰਾ ਇਹ ਹੈ ਵੀ ਜਿਹੜੇ ਪ੍ਰਚਾਰਕ ਬਾਹਰ ਜਾਂਦੇ ਨੇ ਜਾਂ ਇੱਥੇ ਨੇ, ਉਹ ਕਿੱਥੋਂ ਟ੍ਰੇਨ ਹੋ ਕੇ ਆਉਂਦੇ ਨੇ। ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਟ੍ਰੇਨਿੰਗ ਹੀ ਜਦੋਂ ਡੇਰਿਆਂ ਤੋਂ ਮਿਲਦੀ ਹੈ ਤਾਂ ਉਹਨਾਂ ਨੇ ਪ੍ਰਚਾਰ ਡੇਰਿਆਂ ਦਾ ਕਰਨਾ, ਸਾਡੀ ਜਿਹੜੀ ਹੈ ਰਹਿਤ ਮਰਿਆਦਾ ਇਹਦਾ ਨਹੀਂ ਕਰਨਾ।
ਜੀ ਜੀ ਜਿੰਨੀ ਦੇਰ ਐਸਜੀਪੀਸੀ ਆਪਣੇ ਟ੍ਰੇਨ ਕੀਤੇ ਹੋਏ ਪ੍ਰਚਾਰਕ ਜਿਹੜੇ ਸਹੀ ਤਰੀਕੇ ਨਾਲ ਟ੍ਰੇਨ ਹੋਣ ਉਹਨਾਂ ਨੂੰ ਬਾਹਰ ਭੇਜਣ ਔਰ ਉਹਨਾਂ ਦੇ ਉੱਪਰ ਚੈੱਕ ਵੀ ਰਹਿਣਾ ਚਾਹੀਦਾ ਹੈ ਹੂੰ ਵੀ ਇਹ ਜਿਹੜੇ ਬਾਹਰ ਜਾ ਕੇ ਕੋਈ ਗੱਲ ਕਰਦੇ ਨੇ ਕੋਈ ਐਸੀ ਗੱਲ ਤਾਂ ਨਹੀਂ ਕਰਦੇ ਜਿਹੜੀ ਕਿ ਇਹ ਸਾਡੀ ਮਰਿਆਦਾ ਦੇ ਉਲਟ ਹੈ। ਹੂੰ ਕਮ ਸੇ ਕਮ ਜਿਹੜੇ ਪੰਜਾਬ ਦੇ ਅੰਦਰ ਨੇ ਗੁਰਦੁਆਰੇ ਅਦਾਰੇ ਜੀ ਉੱਥੋਂ ਦੇ ਜਿਹੜੇ ਮੈਂਬਰ ਨੇ ਉਸ ਇਲਾਕੇ ਦੇ ਉਹਨਾਂ ਦੀ ਡਿਊਟੀ ਹੋਣੀ ਚਾਹੀਦੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਉਹਨਾਂ ਗੁਰਦੁਆਰਿਆਂ ਦੇ ਵਿੱਚ ਜਿਹੜੀ ਹੈ ਮਰਿਆਦਾ ਠੀਕ ਤਰ੍ਹਾਂ ਲਾਗੂ ਰਹੇ। ਜੀ ਠੀਕ, ਇਹ ਬਹੁਤ ਇੰਪੋਰਟੈਂਟ ਗੱਲਾਂ ਨੇ। ਉਮੀਦ ਕਰਦੇ ਹਾਂ ਕਿ ਸਭ ਨੇ ਇਹ ਗੱਲਾਂ ਜਿਹੜੀਆਂ ਸੁਣੀਆਂ ਵੀ ਹੋਣਗੀਆਂ ਤੇ ਕਿਤੇ ਨਾ ਕਿਤੇ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਜਿਹੜੀ ਪ੍ਰੋਬਲਮ ਦਾ ਰੂਟ ਕਾਜ਼ ਕੀ ਹੈ ਉਸ ਨੂੰ ਕਿੱਥੇ ਹੱਲ ਕਰਨ ਦੀ ਲੋੜ ਹੈ। ਮੈਂਬਰਾਂ ਦੀ ਡਿਊਟੀ ਹੋਵੇ। ਠੀਕ ਹੈ। ਅਸ਼ੋਕ ਸਿੰਘ ਬਾਗੜੀਆ ਜੀ ਤੇ ਭਜਨ ਸਿੰਘ ਸ਼ੇਰਗਿੱਲ ਜੀ ਬਹੁਤ ਬਹੁਤ ਧੰਨਵਾਦ ਇਸ ਚਰਚਾ ਵਿੱਚ ਸਾਡੇ ਨਾਲ ਸ਼ਾਮਲ ਹੋਣ ਦੇ ਲਈ, ਆਪਣੇ ਬਹੁਮੁੱਲੇ ਵਿਚਾਰ ਦਰਸ਼ਕਾਂ ਦੇ ਸਾਹਮਣੇ ਰੱਖਣ ਦੇ ਲਈ। ਅੱਜ ਦੀ ਚਰਚਾ ਸਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਦੱਸਣਾ ਜ਼ਰੂਰ। ਬਹੁਤ ਬਹੁਤ ਧੰਨਵਾਦ।